बहुत बहुत धन्नवाद गुरमुख पैरों का मालक चढ़ती कला करने से ही तरह सेवा लेंगे रहन। कोटान कोट शुक्र धन धन साहिब श्री गुरु ग्रंथ साहिब जी महाराज जी का ਅਤੇ ਅਕਾਲ ਪੁਰਖ ਪਿਤਾ ਜੀ ਦਾ ਜਿਨ੍ਹਾਂ ਦੀ ਸਦਕਾ ਸਾਨੂੰ ਜੁੜ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ। ਇਹ ਸੁਭਾਗਾ ਸਮਾਂ ਮਿਲਿਆ ਸਾਨੂੰ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਅਤੇ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਮਾਰਗਦਰਸ਼ਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰ ਰਹੇ ਨੇ। ਬਾਣੀ ਦੇ ਬਹੁਤ ਨਾਮ ਦੇ ਜਹਾਜ਼ ਕਲਯੁਗ ਦੇ ਜਹਾਜ਼ ਸਾਨੂੰ ਜੀਵਾਂ ਨੂੰ ਤਾਰਨ ਦੇ ਲਈ ਆਪਣਾ ਅਵਤਾਰ ਲਿਆ ਅਤੇ ਸਾਨੂੰ ਪੁਨੇ ਪੁਨੇ ਹਰ ਪੈਰ ਪੈਰ ਦੇ ਉੱਤੇ ਸਿੱਖਿਆ ਦੇ ਰਹੇ ਨੇ ਕਿ ਅਸੀਂ ਆਪਦਾ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ, ਕੀ ਗ੍ਰਹਿਣ ਕਰਨਾ, ਕੀ ਛੱਡਣਾ, ਕਿਵੇਂ ਰਹਿਣਾ। ਸਾਨੂੰ ਜੀਵਨ ਜਾਂਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸ ਰਹੇ ਨੇ। ਅਸੀਂ ਮਹਾਰਾਜ ਦੇ ਨਾਲ ਜੁੜਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੰਨਣੀ ਹੈ। ਆਮ ਧਾਰਨਾ ਹੋ ਜਾਂਦੀ ਹੈ ਵੀ ਲੋਕ ਕੀ ਕਹਿਣਗੇ, ਲੋਕਾਂ 'ਚ ਅਸੀਂ ਵੀ ਆ ਜਾਂਦੇ ਹਾਂ ਸਾਰੇ। ਸਾਨੂੰ ਸਾਡੀ ਜਿਹੜੀ ਬੌਧਿਕਤਾ ਹੈ, ਬੁੱਧੀ ਹੈ, ਇਹ ਇੰਨੀ ਤੇਜ਼ ਨਹੀਂ ਹੁੰਦੀ ਜਾਂ ਆਪਾਂ ਕਹਿ ਲਈਏ ਵੀ ਇੰਨੀ ਸક્ષਮ ਨਹੀਂ ਹੁੰਦੀ ਕਿ ਗੁਰੂ ਦੇ ਬਰਾਬਰ ਤੁਲ ਹੋ ਜਾਵੇ। ਹੋ ਹੀ ਨਹੀਂ ਸਕਦੀ। ਤੇ ਅਸੀਂ ਜਿਹੜੀ ਸੋਚਦੇ ਹਾਂ, ਅਸੀਂ ਬਹੁਤ ਨੇੜੇ ਦਾ ਸੋਚਦੇ ਹੁੰਦੇ ਹਾਂ। ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਹੈ ਬਹੁਤ ਡੂੰਘੀ ਸੋਚ। ਉਹਨਾਂ ਨੇ ਹਰ ਪੱਖ ਤੋਂ ਵਾਚ ਕੇ ਹੀ ਸਾਨੂੰ ਜੋ ਬਚਨ ਕੀਤੇ। ਮਨੁੱਖ ਆਪਦੇ ਬੌਧਿਕ ਤਲ ਤੇ ਕਈ ਵਾਰ ਕੋਈ ਫੈਸਲੇ ਲੈ ਲੈਂਦਾ, ਬਾਅਦ ਦੇ ਵਿੱਚ ਆਪਣੇ ਹੀ ਫੈਸਲੇ ਨੂੰ ਗਲਤ ਸਾਬਤ ਕਰਦਾ ਕਿ ਹਾਂ ਇਹ ਮੈਥੋਂ ਗਲਤ ਹੋ ਗਿਆ, ਕਿਉਂਕਿ ਸਾਡੀ ਬੁੱਧੀ ਇੰਨੀ ਵਿਕਸਿਤ ਨਹੀਂ ਹੋਈ। ਮਨੁੱਖ ਚਾਹੇ ਅੱਜ ਦਾ ਮਨੁੱਖ ਬਹੁਤ ਕੁਛ ਕਹਿ ਰਿਹਾ, ਬਹੁਤ ਨੌਲੇਜ ਆ ਉਹਨੂੰ ਆਪਣੇ ਆਪ ਦੇ ਹਿਸਾਬ ਦੇ ਨਾਲ, ਕਿਉਂਕਿ ਜੋ ਥੋੜੀ ਜਿਹੀ ਵੀ ਸਾਇੰਸ ਬਾਰੇ ਗਿਆਨ ਰੱਖਦਾ, ਥੋੜਾ ਜਿਹਾ ਮਾੜਾ ਮੋਟਾ ਕੋਈ ਨੈਟ ਦਾ ਗਿਆਨ ਰੱਖਦਾ, ਇੰਨੇ ਕੁ ਨਾਲ ਹੀ ਉਹਨੂੰ ਇਹ ਹੋ ਜਾਂਦਾ ਵੀ ਮੈਂ ਬਹੁਤ ਵੱਡਾ ਗਿਆਨ ਮੇਰੇ ਕੋਲ ਭੰਡਾਰ ਪਿਆ। ਦੁਨੀਆ ਤੇ ਕੀ ਕੀ ਹੋ ਰਿਹਾ, ਕਿਹੜੇ ਕਿਹੜੇ ਜਹਾਜ਼ ਆ ਗਏ, ਕਿਹੜੀਆਂ ਕਿਹੜੀਆਂ ਮਿਜ਼ਾਈਲਾਂ ਆ ਗਈਆਂ, ਕਿਹੜਾ ਕਿਹੜਾ ਅਸਲਾ ਆ ਗਿਆ, ਕਿ ਹਰ ਗੱਲ ਦਾ ਗਿਆਨ ਮਨੁੱਖ ਨੂੰ ਹੈ। ਪਰ ਗਿਆਨ ਇਕੱਲਾ ਦੁਨੀਆਚਾਰੀ ਦਾ ਗਿਆਨ ਹੈ। ਤੇ ਜੇ ਮਨੁੱਖ ਨੂੰ ਪੁੱਛਿਆ ਜਾਵੇ ਤੂੰ ਇੱਥੇ ਕਿਉਂ ਹੈ, ਕਿਵੇਂ ਆਇਆ, ਕਿਵੇਂ ਜਾਣਾ, ਕਿੱਥੇ ਜਾਣਾ, ਕਿੱਥੋਂ ਆਇਆ, ਤਾਂ ਉਹਦੇ ਵਿੱਚ ਉਹ ਆਪਦੀ ਬੁੱਧੀ ਦੇ ਤਲ ਤੇ ਤਾਂ ਭਾਵੇਂ ਕੁਛ ਕਹਿ ਦੇਵੇ, ਤੇ ਨਹੀਂ ਬਹੁਤਾਤ ਦੇ ਵਿੱਚ ਇਹ ਚੀਜ਼ ਦੀ ਸਮਝ ਨਹੀਂ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡਾ ਮਾਰਗਦਰਸ਼ਨ ਕਰਕੇ ਸਾਨੂੰ ਬੜੀ ਹੀ ਬਰੀਕੀ ਦੇ ਵਿੱਚ ਦੱਸਦੇ ਆ ਕਿ ਅਸੀਂ ਕਿਵੇਂ ਆਏ, ਸਾਡਾ ਕਿਵੇਂ ਸਾਡਾ ਕਰਮ ਵਾਲਾ ਖੇਲ ਬਣਦਾ। ਜਿਹੜਾ ਇੱਕ ਵਾਰੀ ਤਾਂ ਚਲੋ ਮਨੁੱਖ ਜਨਮ ਮਾਲਕ ਕਿਰਪਾ ਕਰਕੇ ਦੇ ਦਿੰਦਾ, ਉਸ ਤੋਂ ਬਾਅਦ ਜਦੋਂ ਮਨੁੱਖ ਆਪਦੀ ਮਨੁੱਖਾ ਜੀਵਨ ਦੇ ਵਿੱਚ ਜਿਹੜੀ ਕਿਰਤ ਕਰਦਾ, ਜਿਹੋ ਜਿਹਾ ਰਹਿਣ ਸਹਿਣ ਕਰਦਾ, ਜਿਹੋ ਜਿਹੇ ਵਿਚਾਰ ਰੱਖਦਾ, ਉਹੋ ਜਿਹਾ ਉਹਦਾ ਅਗਲਾ ਜੀਵਨ ਮਿਲਦਾ।
ਗੁਰਬਾਣੀ ਗੁਰੂ ਦਾ ਫਰਮਾਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿ ਪਾਤਸ਼ਾਹ ਅਸੀਂ ਆਪ ਦੀਆਂ ਸੋਚਾਂ ਵਿਚਾਰਾਂ ਕਿਰਤਾਂ ਕੰਮਾਂ ਧੰਦਿਆਂ ਕਰਕੇ ਇੱਥੋਂ ਵਿਛੜ ਗਏ। ਤੁਸੀਂ ਹੁਣ ਜਦੋਂ ਸਾਨੂੰ ਸੋਝੀ ਆ ਜਾਂਦੀ ਹੈ ਉਦੋਂ ਦੀ ਗੱਲ, ਤੇ ਫਿਰ ਮਾਲਕ ਕਹਿੰਦੇ ਵੀ ਤੁਸੀਂ ਆਪ ਹੀ ਕਿਰਪਾ ਕਰ ਸਾਨੂੰ ਆਪ ਦੇ ਨਾਲ ਮਿਲ ਲਓ। ਅਸੀਂ ਵਿਛੜ ਗਏ ਹਾਂ, ਸਾਨੂੰ ਗਿਆਨ ਨਹੀਂ ਸੀ। ਜਦੋਂ ਅਸੀਂ ਇਸ ਤਲ ਤੇ ਆ ਜਾਂਦੇ ਹਾਂ ਫਿਰ ਮਾਲਕ ਸਾਰਾ ਗਿਆਨ ਵੀ ਦੇ ਦਿੰਦਾ ਤੇ ਬਖਸ਼ ਵੀ ਲੈਂਦੇ। ਜਿੰਨਾ ਚਿਰ ਮਨੁੱਖ ਕਹਿੰਦਾ ਵੀ ਮੈਂ ਸਾਰਾ ਕੁਛ ਕਰ ਰਿਹਾ, ਮੈਂ ਆਹ ਕੰਮ ਕਰ ਰਿਹਾ, ਮੈਂ ਕਮਾਈ ਕਰ ਰਿਹਾ, ਮੈਂ ਕਰ ਰਿਹਾ, ਮੈਂ ਕਰ ਰਿਹਾ, ਮੈਂ ਕਰ ਰਿਹਾ, ਉਹਨਾਂ ਚਿਰ ਮਾਲਕ ਪਿੱਛੇ ਬੈਠਾ ਰਹਿੰਦਾ, ਅੱਗੇ ਨਹੀਂ ਆਉਂਦਾ, ਕਹਿੰਦਾ ਤੂੰ ਕਰਕੇ ਦੇਖ ਲੈ। ਪਰ ਜਦੋਂ ਮਨੁੱਖ ਇਸ ਤਲ ਤੇ ਆ ਜਾਂਦਾ ਕਿ ਤੁਸੀਂ ਕਰੋ ਕਿਰਪਾ, ਮੇਰੀ ਬੁੱਧੀ ਮੇਰਾ ਗਿਆਨ ਕੁਛ ਨਹੀਂ ਕੰਮ ਕਰ ਰਿਹਾ, ਉਦੋਂ ਪਾਤਸ਼ਾਹ ਫਿਰ ਸੇਧ ਤੇ ਆ ਜਾਂਦੇ ਨੇ, ਸਾਨੂੰ ਦਰਸ਼ਨ ਦੇ ਦਿੰਦੇ, ਸਾਨੂੰ ਮਾਰਗ ਦਰਸ਼ਨ ਕਰਦਾ। ਜਿੰਨਾ ਚਿਰ ਅਸੀਂ ਆਪਦੇ ਬੁੱਧੀ ਦੇ ਤਲ ਤੇ ਜਿਉਂਦੇ ਹਾਂ ਉਹਨਾਂ ਚਿਰ ਅਸੀਂ ਮਾਲਕ ਨੂੰ ਵਿਛੜੇ। ਇਹ ਸਾਡੇ ਵਿੱਚ ਹੰਕਾਰ ਪੈਦਾ ਕਰਦਾ। ਇਹ ਸਾਡੀ, ਅਸੀਂ ਆਪਦੇ ਜਿਵੇਂ ਕਹਿ ਦਿੰਦੇ ਹਾਂ ਵੀ ਦੁਸ਼ਮਣ ਆਪ ਹੀ ਬਣ, ਆਪਦਾ ਘਰ ਅਸੀਂ ਆਪ ਹੀ ਫੂਕ ਲੈਂਦੇ ਹਾਂ। ਕਾਹਦੇ ਨਾਲ? ਹੰਕਾਰ ਦੇ ਨਾਲ। ਹੰਕਾਰ ਕਾਹਦਾ? ਬੁੱਧੀ ਦਾ। ਜਿਹੜਾ ਥੋੜਾ ਬਹੁਤਾ ਕੋਈ ਪੈਸਾ ਕਮਾਏ, ਵੱਧ ਵੀ ਕਮਾ ਲਿਆ ਹੋ, ਇਹਦਾ ਕੋਈ ਮਾਇਨਾ ਨਹੀਂ ਰੱਖਦੀ। ਤੇ ਜਿਹੋ ਜਿਹਾ ਅਸੀਂ ਫਿਰ ਜੇ ਮਾਲਕ ਤੋਂ ਦੂਰ ਹੋ ਕੇ ਕੰਮਾਂ ਕਾਰਾਂ ਦੇ ਵਿੱਚ ਪੈਸੇ ਕਮਾ ਕੇ ਬੁੱਧੀ ਬੌਧਿਕ ਤਲ ਤੇ ਬੁੱਧੀ ਹਾਸਲ ਕਰਕੇ ਦੁਨੀਆਚਾਰੀ ਦੀ ਬੜੇ ਬੜੇ ਗੋਲਡ ਮੈਡਲ ਤੱਕ ਵੀ ਲੋਕ ਲੈ ਲੈਂਦੇ, ਪਰ ਮਾਨਸਿਕ ਤਲ ਤੇ ਉਹ ਜ਼ੀਰੋ ਹੁੰਦੇ ਕਈ ਵਾਰ। ਸਾਰੇ ਨਹੀਂ ਕਹੇ ਜਾ ਸਕਦੇ, ਬਹੁਤਾਤ ਦੇ ਵਿੱਚ ਜਿਨ੍ਹਾਂ ਨੂੰ ਮਾਲਕ ਗਿਆਨ ਦੇ ਦਿੰਦਾ, ਕਿਰਪਾ ਕਰ ਦਿੰਦਾ, ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਸੀ ਇਸ ਮਕਸਦ ਲਈ ਦੁਨੀਆ ਤੇ ਆਏ ਹਾਂ ਕਿ ਮਾਲਕ ਦਾ ਨਾਮ ਜਪ ਕੇ ਅਸੀਂ ਮਾਲਕ ਨੂੰ ਮਿਲਣਾ। ਨਹੀਂ ਬਹੁਤਾਤ ਦੇ ਵਿੱਚ ਜਿਹੜੀ ਸੰਗਤ ਹੈ ਉਹ ਬੁੱਧੀ ਦੇ ਤਲ ਤੇ ਆਪਦਾ ਬਹੁਤ ਜ਼ਿਆਦਾ ਹੰਕਾਰ ਪੈਦਾ ਕਰ ਲੈਂਦਾ। ਉਹ ਹੰਕਾਰ ਹੀ ਜਿਹੜਾ ਹੈ ਸਾਨੂੰ ਮਾਲਕ ਦੇ ਨਾਲ ਮਿਲਣ ਦੇ ਵਿੱਚ ਬਹੁਤ ਵੱਡੀ ਵਾਧਾ ਕਰਦਾ। ਆਪਦੀ ਬੁੱਧੀ ਦਾ, ਆਪਦੇ ਪੈਸੇ ਦਾ ਹੰਕਾਰ ਹੋਣਾ ਬਹੁਤ ਹੀ ਸੁਭਾਵਿਕ, ਬਹੁਤ ਹੀ ਨੋਰਮਲ ਹੈ। ਇਹਨੂੰ ਰੋਕਣਾ ਬਹੁਤ ਔਖਾ। ਆਪਦੇ ਆਪ ਨੂੰ, ਮਨੁੱਖ ਨੂੰ ਇਹ ਕਹਿਣਾ ਬਹੁਤ ਔਖਾ ਵੀ ਮੈਨੂੰ ਕੁਛ ਨਹੀਂ। ਮਨੁੱਖ ਇਹ ਕਹਿ ਹੀ ਨਹੀਂ ਸਕਦਾ। ਮਨੁੱਖ ਚਾਹੇ ਉਹਨੂੰ ਨਹੀਂ ਪਤਾ ਤਾਂ ਵੀ ਉਹ ਕਹਿੰਦਾ ਮੈਨੂੰ ਸਭ ਕੁਛ, ਮੈਨੂੰ ਬਹੁਤ ਗਿਆਨ। ਕਿਉਂਕਿ ਉਹਨੂੰ ਆਪਦੀ ਬੁੱਧੀ ਤੇ ਭਰੋਸਾ, ਵਿਸ਼ਵਾਸ, ਉਹ ਇਸ ਕਰਕੇ ਮਾਲਕ ਤੋਂ ਟੁੱਟਿਆ ਰਹਿੰਦਾ। ਅਸੀਂ ਆਪਦਾ ਤਨ, ਮਨ, ਧਨ ਇਸ ਲਈ ਕਿਹਾ ਮਾਲਕ ਨੂੰ ਅਰਪਣ ਕਰਨਾ, ਕਿਉਂਕਿ ਬੁੱਧੀ ਜਿਹੜੀ ਅਤਾਂਚੀ ਹੈ, ਜੋ ਤਨ ਹੀ ਰਹਿ ਜਾਂਦਾ ਤੇ ਬੁੱਧੀ ਖਤਮ। ਤਨ ਦੇ ਨਾਲ ਹੀ ਹੈ, ਜਦੋਂ ਅਸੀਂ ਤਨ ਵੀ, ਮਨ ਵੀ, ਧਨ, ਧਨ ਕਿਹੜਾ? ਸਵਾਸਾਂ ਦਾ ਧਨ। ਇੱਥੇ ਉਹ ਧਨ, ਦੁਨਿਆਵੀ ਧਨ ਦਾ ਕੋਈ ਮਤਲਬ ਨਹੀਂ ਮਾਲਕ ਦੇ ਨਾਲ ਮਿਲਾਪ ਦੇ ਵਿੱਚ। ਮਾਲਕ ਦੀ ਪ੍ਰੀਤ ਦੇ ਵਿੱਚ ਮਿਲਣ ਦੇ ਲਈ ਦੁਨਿਆਵੀ ਧਨ ਕੋਈ ਹੈਲਪ ਨਹੀਂ ਹੈ। ਇਹਦੇ ਨਾਲ ਪੁੰਨ ਕਰਮ ਕਰੇ ਜਾ ਸਕਦੇ, ਤੇ ਪੁੰਨ ਕਰਮ ਸਿੱਖ ਦੇ ਕਿਸੇ ਫਾਇਦੇ ਕੰਮ ਨਹੀਂ ਆਉਂਦੇ, ਤੇ ਨਾ ਹੀ ਸਹੀ ਲੋੜ ਮਹਿਸੂਸ ਕਰਦੇ ਹਾਂ ਕਿ ਸਾਨੂੰ ਕਿਸੇ ਪੁੰਨ ਦਾ ਲਾਭ ਮਿਲੇ। ਕਿਉਂਕਿ ਪੁੰਨ ਪਾਪ ਜੋ ਬੀਜਦੇ ਧਰਮ ਰਾਜ ਕੇ ਜਾਏ। ਸਾਰੇ ਧਰਮ ਰਾਜ ਦੇ ਜਾਣਾ ਪੈਂਦਾ। ਲੇਖਾ ਹੁੰਦਾ ਵੀ ਕੀ ਚੰਗਾ ਕਰਿਆ, ਕੀ ਮਾੜਾ ਕਰਿਆ। ਲੇਖਾ ਹੋਣ ਤੋਂ ਬਾਅਦ ਜੋ ਫਿਰ ਸਾਨੂੰ ਮਿਲਦਾ, ਮੰਨ ਲਓ ਸਾਡਾ ਪਲੜਾ ਭਾਰੀ ਵੀ ਹੋ ਜਾਂਦਾ, ਸਾਨੂੰ ਕੁਝ ਸਮੇਂ ਲਈ ਸਵਰਗ ਮਿਲ ਜਾਂਦਾ, ਤੇ ਜੇ ਅਸੀਂ ਮਾੜੇ ਕਰੀਏ ਤਾਂ ਸਾਨੂੰ ਨਰਕ ਮਿਲ ਜਾਂਦਾ। ਉਹ ਭੋਗਣ ਤੋਂ ਬਾਅਦ ਫਿਰ
ਫਿਰ ਸੰਸਾਰ ਤੇ ਆਉਣਾ। ਸਾਨੂੰ ਗੁਰੂ ਪਾਤਸ਼ਾਹ ਨੇ ਸੱਚਖੰਡ ਦਾ ਹੁਕਮ ਦਿੱਤਾ। ਅਸੀਂ ਸੱਚਖੰਡ ਦਾ ਹੀ ਜਿਹੜਾ ਨਿਸ਼ਚਾ ਰੱਖਣਾ, ਨਿਸ਼ਾਨਾ ਰੱਖਣਾ। ਅਸੀਂ ਜਿਹੜਾ ਇਹ ਹੈ ਪੁੰਨ ਪਾਪ ਦੇ ਉੱਤੇ ਨਹੀਂ ਰੋਕਣਾ। ਇਹ ਨਹੀਂ ਕਿ ਅਸੀਂ ਕਰਨਾ ਨਹੀਂ, ਪੁੰਨ ਕਰਮ ਜ਼ਰੂਰ ਕਰਨਾ, ਦਇਆ ਕਰਨੀ ਹੈ ਦੂਜੇ ਜੀਵਾਂ ਦੀ, ਭੁੱਖੇ ਨੂੰ ਰੋਟੀ ਦੇਣੀ ਹੈ, ਜਿਹੜਾ ਤਾਂ ਕਿਸੇ ਨੂੰ ਹੋਰ ਹੈਲਪ ਦੀ ਲੋੜ ਆ, ਜਿਹੇ ਜਿਹੀ ਹੈਲਪ ਦੀ ਲੋੜ ਆ ਕਰਨੀ ਹੈ, ਫਰਜ਼ ਬਣਦਾ ਸਿੱਖ ਦਾ। ਇਸ ਲਈ ਅੱਜ ਦੁਨੀਆ ਦੇਖ ਰਹੀ ਆ ਸਿੱਖ ਨੂੰ ਵੀ ਇਹ ਸਿੱਖ ਕੀ ਕਰ ਰਹੇ, ਆਪਦੇ ਕੋਲੋਂ ਪੈਸਾ ਲਾ ਕੇ ਕਿੰਨਾ ਖਰਚ ਕਰਕੇ ਦੁਨੀਆ ਨੂੰ ਇਹ ਮਹਾਮਾਰੀ ਦੇ ਵਿੱਚ ਵੀ ਕਿੰਨੀ ਕੇਅਰ ਕੀਤੀ। ਆਹ ਕਿਸਾਨੀ ਅੰਦੋਲਨ ਦੇ ਵਿੱਚ ਕਿੰਨਾ ਪੈਸਾ ਲੱਗ ਰਿਹਾ ਸਾਡਾ, ਬੜੇ ਗੁਰਮੁਖ ਸੁਣੀ ਤੋਂ ਕਹਿੰਦੇ ਜੀ ਆਏ ਆ ਪੈਸਾ ਖਰਾਬ ਕਰੀ ਜਾਂਦਾ, ਇਹ ਕਰੀ ਜਾਂਦਾ, ਉਹ ਕਰੀ, ਇਹ ਵੀ ਇੱਕ ਸਿੱਖੀਜ਼ਮ ਦਾ ਪ੍ਰਚਾਰ ਹੋ ਰਿਹਾ। ਪ੍ਰਚਾਰ ਸਾਡੇ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਹਾ, ਚਾਹੇ ਕੋਈ ਸਾਡਾ ਦੁਸ਼ਮਣ ਵੀ ਅਸੀਂ ਉਹਨੂੰ ਰੋਟੀ ਤੋਂ ਜਵਾਬ ਨਹੀਂ ਦੇ ਸਕਦੇ। ਕੁਛ ਉਹੀ ਗੱਲ ਫਿਰ ਬੌਧਿਕ ਤਾਲ ਵਾਲੇ ਕਹਿੰਦੇ ਫਾਲਤੂ ਦਾ ਪੈਸਾ ਖਰਾਬ ਕਰ, ਪੈਸਾ ਜਾਣਾ ਕਿੱਥੇ ਹੈ, ਇੱਥੇ ਘੁੰਮੀ ਜਾਣਾ, ਨਾਲ ਤਾਂ ਜਾਣਾ ਹੀ। ਪਰ ਲੁਕਾਈ ਦੇ ਵਿੱਚ ਜਿਹਨੂੰ ਕੋਈ ਅੰਨ ਦੀ ਲੋੜ ਆ, ਕਿਸੇ ਚੀਜ਼ ਦੀ ਲੋੜ ਆ, ਅੱਜ ਖਾਲਸੇ ਨੇ ਦੁਨੀਆ ਦੇ ਉੱਤੇ, ਸਾਰੀ ਹੀ ਵਰਲਡ ਦੇ ਉੱਤੇ ਇਹ ਦਿਖਾਤਾ ਕਿ ਜੇ ਸੇਵਾ ਕਰ ਸਕਦੀ ਹੈ ਸਿੱਖ ਕੌਮ ਕਰ ਸਕਦੀ ਹੈ, ਹੋਰ ਕੋਈ ਨਹੀਂ ਕਰ ਸਕਦਾ। ਕਿੰਨਾ ਸੋਹਣਾ ਉਪਦੇਸ਼ ਸਾਨੂੰ ਪਾਤਸ਼ਾਹ ਦੇ ਕੇ ਗਏ। ਉਹਨੇ ਜਿਹੜੀ ਹੈ ਕਿੰਨੀ ਸਾਡੀ ਵੈਲਿਊ ਜਿਹੜੀ ਸਿੱਖੀਜ਼ਮ ਦੀ ਬਣਾਈ ਹੈ। ਚਾਹੇ ਕਿਸੇ ਨੂੰ ਸਾਡੇ ਬਾਰੇ ਕੁਛ ਵੀ ਨੌਲੇਜ ਨਹੀਂ, ਪਰ ਇਹ ਜ਼ਰੂਰ ਜਾਣਨ ਲੱਗ ਗਈ ਸਾਰੀ ਦੁਨੀਆ ਵੀ ਜੇ ਭੁੱਖ ਲੱਗੀ ਆ ਤਾਂ ਜਿਹੜਾ ਸਿੱਖਾਂ ਦਾ ਜਿਹੜਾ ਟੈਂਪਲ ਹੈ ਉਹ ਟੈਂਪਲ ਹੀ ਕਹਿੰਦੇ ਆ, ਤੇ ਉੱਥੇ ਚਲੇ ਤੁਹਾਨੂੰ ਰੋਟੀ ਮਿਲ ਜਾਊ। ਕਿੰਨਾ ਵਧੀਆ ਮੈਸੇਜ, ਚਾਹੇ ਉਹ ਕਿਸੇ ਵੀ ਧਰਮ ਦਾ, ਸਾਨੂੰ ਨਹੀਂ ਵੀ ਜਾਣਦਾ, ਸਾਡੇ ਬਾਰੇ ਉਹਨੂੰ ਗਿਆਨ ਨਹੀਂ ਹੈ। ਜਦੋਂ ਇਹ ਹੋ ਜੂ ਇਸੇ ਹੀ ਤਰ੍ਹਾਂ ਫਿਰ ਸਤਿਯੁਗ ਲੱਗਣਾ, ਸਾਰੀ ਹੀ ਲੁਕਾਈ ਨੂੰ। ਜਦੋਂ ਹੁਣ ਮੰਨ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਹੋ ਗਿਆ, ਕੋਈ ਲੰਗਰ ਛਕਣ ਜਾ ਰਿਹਾ, ਕੱਲ ਨੂੰ ਉਹਦਾ ਉਪਦੇਸ਼ ਸੁਣਨ ਨੂੰ ਵੀ ਚਿੱਤ ਕਰੂ, ਉਪਦੇਸ਼ ਸੁਣਨ ਨੂੰ ਚਿੱਤ ਕਰੂ ਵੀ ਹਾਂ ਜਿਹੜੇ ਐਡਾ ਇਹਨਾਂ ਦੀ ਫਿਲਾਸਫੀ ਐਡੀ ਵਧੀਆ, ਇਹਨਾਂ ਦੀ ਗਾਈਡਲਾਈਨ ਅਕਸਰ ਇਹਨਾਂ ਦਾ ਗੁਰੂ ਇਹਨਾਂ ਨੂੰ ਦਿੰਦਾ ਤਾਂ ਉਵੇਂ ਹੀ ਕਰਦੇ ਆ, ਅਸੀਂ ਵੀ ਇਹਦੇ ਬਾਰੇ ਗਿਆਨ ਲਈਏ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਈ ਗਿਆਨ ਲੈਣਾ ਸ਼ੁਰੂ ਕਰ ਦਿੰਦਾ, ਉਹ ਫਿਰ ਅੱਜ ਤੱਕ ਮੈਂ ਸੁਣਿਆ ਨਹੀਂ ਕਿ ਕੋਈ ਪਿੱਛੇ ਹਟ ਗਿਆ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗਿਆਨ ਦੇਣਾ ਸ਼ੁਰੂ ਕਰਤਾ, ਉਹ ਫਿਰ ਪਿੱਛੇ ਨਹੀਂ, ਉਹ ਫਿਰ ਇੱਕ ਦਿਨ ਗੁਰੂ ਵਾਲਾ ਯੂਜ਼ ਨਹੀਂ ਪੜਦਾ, ਚਾਹੇ ਉਹਨੂੰ ਹੋਰ ਜਨਮ ਲੈਣਾ ਪੈ ਜਾਵੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਲੜ ਲੱਗੇ, ਉਹਨਾਂ ਨੂੰ ਮਹਾਰਾਜ ਨੇ ਤਾਰਨਾ ਹੀ ਤਾਰਨਾ। ਅਸੀਂ ਵੀ ਇਹੀ ਹਰ ਵੇਲੇ ਮਿਹਨਤ ਜੋਦਰੀ ਤਰਲੇ ਮਾਲਕ ਦੇ ਕੇ ਕਰਦੇ ਪਾਤਸ਼ਾਹ, ਅਸੀਂ ਆਪਦੀ ਕਿਰਤ ਕੰਮਾਂ ਕਰਕੇ ਵਿਛੜ ਗਏ, ਕੋਈ ਕਿਰਤ ਕਰਮ ਕੇ ਵਿਛੜੇ ਭਾਵੇਂ ਰਾਮ, ਕਿ ਸਾਨੂੰ ਪਾਤਸ਼ਾਹ ਨੂੰ ਤੁਸੀਂ ਆਪ ਹੀ ਮਿਲ ਲਓ, ਸਾਨੂੰ ਸੋਝੀ ਨਹੀਂ, ਅਸੀਂ ਸਰੈਂਡਰ ਕਰਨਾ ਵੀ ਹਾਂ ਸਾਡੀ ਬੁੱਧੀ ਨਹੀਂ ਕੰਮ ਕਰਦੀ ਪਾਤਸ਼ਾਹ, ਹਾਂ ਤੂੰ ਇਹਨੂੰ ਵਿਵੇਕ ਕਰ ਸਕਦਾ, ਹੀ ਬੁੱਧ ਨੂੰ ਵਿਵੇਕ ਬਣਾ। ਜਦੋਂ ਉਹਦੀ ਬੁੱਧੀ ਵਿਵੇਕ ਹੋਈ, ਫਿਰ ਭਗਤਾਂ ਨੇ ਬਾਣੀ ਵੀ ਦੇ ਰਚਿਆ, ਸਦਨਾ ਜੀ ਨੇ ਵੀ ਬਾਣੀ ਦੀ ਰਚਨਾ, ਪਹਿਲਾਂ ਬੁੱਧੀ ਦੂਜੇ ਪਾਸੇ ਕੰਮ ਕਰ ਰਹੀ ਸੀ, ਦੁਨਿਆਵੀ ਤੌਰ ਤੇ ਕੰਮ ਕਰ ਰਹੇ ਸੀਗੇ ਆਪਦਾ, ਉਹਨਾਂ ਦਾ ਆਪਦਾ ਮਾਸ ਦਾ ਵਪਾਰ ਸੀ, ਕਾਰੋਬਾਰ ਕਰਦੇ ਸੀ ਜਿਵੇਂ ਅੱਜ ਵੀ ਕਰਦੇ ਆ ਬਹੁਤ। ਪਰ ਜਦੋਂ ਮਾਲਕ ਨੇ, ਪਾਤਸ਼ਾਹ ਨੇ ਬੁੱਧੀ ਨੂੰ ਵਿਵੇਕ ਦਿੱਤਾ, ਫਿਰ ਉਸ ਤੋਂ ਬਾਅਦ ਉਹਨਾਂ ਦਾ ਕਿਸੇ ਜੀਵ ਨੂੰ ਮਾਰਨ ਦਾ ਹੀ ਹੈ ਨਹੀਂ, ਕਹਿੰਦੇ ਮੈਂ ਕੌਣ ਮਾਰਨਾ। ਫਿਰ ਵੇਖੋ ਬਾਣੀ ਵੀ ਰਚਨਾ ਕਰੀ, ਅੱਜ ਗੁਰੂ ਦੀ ਉਪਾਧੀ ਤੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀ ਬਾਣੀ ਦਾ। ਜਦੋਂ ਮਾਲਕ ਕਿਰਪਾ ਕਰ ਦਿੰਦਾ ਆਪ ਅਕਾਲ ਉਹੀ ਭ੍ਰਿਸ਼ਟ ਬੁੱਧੀ ਵਿਵੇਕ ਹੋ ਜਾਂਦੀ। ਮਾਲਕ ਸਾਰੇ ਹੀ
ਸੰਸਾਰ ਨੂੰ ਸੋਝੀ ਬਖਸ਼ੇ, ਆਪਦੇ ਚਰਨਾਂ ਨਾਲ ਜੋੜੇ। ਕਿਉਂਕਿ ਜਿਹੜਾ ਹੁਣ ਬੁੱਧੀ ਦਾ ਦੌਰ ਚੱਲ ਰਿਹਾ, ਇਹਦੇ ਵਿੱਚ ਮਨੁੱਖ ਨੂੰ ਮਾਰਨ ਦੇ ਉੱਤੇ, ਇੱਕ ਦੂਜੇ ਦੀਆਂ ਜਗ੍ਹਾ ਤੇ ਕਬਜ਼ੇ ਕਰਨ ਦੇ ਉੱਤੇ, ਇਹ ਚੀਜ਼ਾਂ ਤੇ ਲੱਗਿਆ ਹੋਇਆ ਬਹੁਤ ਜ਼ੋਰ ਸ਼ੋਰ ਨਾਲ। ਕਿਉਂਕਿ ਉਹ ਆਪਦੀ ਬੁੱਧੀ ਦੇ ਅਕੋਰਡਿੰਗ ਸੋਚਦਾ ਕਿ ਆਹ ਵੀ ਮੇਰਾ ਹੋ ਗਿਆ, ਆਹ ਵੀ ਮੇਰਾ ਹੋ ਗਿਆ, ਆਹ ਵੀ ਮੇਰਾ। ਪਰ ਜਦੋਂ ਉਹਨੂੰ ਬੌਧਿਕ ਗਿਆਨ ਹੋਣਾ, ਆਪਦਾ ਮਾਨਸਿਕ ਗਿਆਨ ਹੋਣਾ ਕਿ ਅਸੀਂ ਜਾਣਾ ਕਿੱਥੇ ਆ, ਅਸੀਂ ਤਾਂ ਸਾਰਾ ਕੁਝ ਛੱਡ ਕੇ ਇੱਥੇ ਚਲੇ ਜਾਣਾ। ਪਤਾ ਵੈਸੇ ਵੀ ਆ, ਜੇ ਆਪਾਂ ਦੁਨਿਆਵੀ ਤੌਰ ਤੇ ਵੀ ਕਹੀਏ ਨਾ, ਤਾਂ ਵੀ ਪਤਾ ਮਨੁੱਖ ਨੂੰ। ਜਿਹੜੇ ਕਹਿੰਦੇ ਵੀ ਰੱਬ ਹੈ ਨਹੀਂ, ਪਤਾ ਉਹਨਾਂ ਨੂੰ ਵੀ ਮਰਨ ਤੋਂ ਬਾਅਦ ਕੁਛ ਨਹੀਂ ਜਾਂਦਾ ਨਾਲ। ਪਰ ਫੇਰ ਵੀ ਉਹੀ ਜਿਹੜੀ ਹੰਕਾਰ, ਉਹ ਬੰਦੇ ਨੂੰ ਟਿਕਣ ਨਹੀਂ ਦਿੰਦਾ। ਪੈਸਾ ਕਮਾਉਣਾ ਨਹੀਂ ਗਲਤ, ਕਮਾਈ ਕਰਨੀ ਨਹੀਂ ਗਲਤ, ਕੰਮ ਕਰਨਾ ਨਹੀਂ ਗਲਤ, ਪਰ ਗਲਤ ਤਰੀਕੇ ਨਾਲ ਧਨ ਜੋੜਨਾ, ਗਲਤ ਤਰੀਕੇ ਨਾਲ ਕੰਮ ਕਰਨੇ, ਗਲਤ ਤਰੀਕੇ ਨਾਲ ਆਪਦੀ ਸੋਭਾ ਬਣਾਉਣ ਦੀ ਕੋਸ਼ਿਸ਼ ਕਰਨੀ, ਉਹ ਗਲਤ ਹੈ। ਅੱਜ ਉਹੀ ਹੋ ਰਿਹਾ ਹੈ। ਜਿਵੇਂ ਜਿਵੇਂ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜ ਰਹੀ ਹੈ, ਮਹਾਰਾਜ ਗਿਆਨ ਦੇ ਰਹੇ ਨੇ, ਇਸੇ ਹੀ ਤਰ੍ਹਾਂ ਹੌਲੀ ਹੌਲੀ ਸੰਗਤ ਵੱਧਦੀ ਵੱਧਦੀ ਸਤਿਯੁਗ ਲੱਗ ਜਾਣਾ। ਕਿਉਂਕਿ ਜਦੋਂ ਕੋਈ ਕਿਸੇ ਦਾ ਵਿਰੋਧੀ ਨਾ ਰਹੂ, ਉਹ ਹੈ ਸਤਿਯੁਗ। ਸਾਰੇ ਹੀ ਇੱਕ ਸੂਤ ਦੇ ਵਿੱਚ ਪਰੋਏ ਜਾਣਗੇ, ਸਭ ਨੂੰ ਗਿਆਨ ਹੋ ਜਾਊਗਾ। ਮਾਲਕ ਦੀ ਜੇ ਭਗਤੀ ਦੇ ਵਿੱਚ ਜ਼ਿਆਦਾ ਲੱਗ ਜਾਣਗੇ, ਭਗਤੀ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਊ, ਤਾਂ ਸਤਿਯੁਗ ਹੈ। ਹੁਣ ਭਗਤੀ ਤੋਂ ਹੀਣਿਆਂ ਦੀ ਬਹੁਤਾਤ, ਇਹੀ ਕਲਯੁਗ। ਕਲਯੁਗ ਸਤਿਯੁਗ ਇਹ ਨਹੀਂ ਕੋਈ ਕੁਛ ਇੱਥੇ ਕੁਛ ਹੋਰ ਪਲਟਾ ਹੋਣਾ, ਇਹੀ ਸਾਡੀ ਬੁੱਧੀ ਦਾ ਹੀ ਪਲਟਾ। ਸਾਡੀ ਬੁੱਧੀ ਦੇ ਵਿੱਚ ਹੀ ਕਲਯੁਗ ਵਸਦਾ, ਸਾਡੀ ਬੁੱਧੀ ਦੀ ਸਤਿਯੁਗ। ਜਿਵੇਂ ਜਿਵੇਂ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਮਾਰਗਦਰਸ਼ਨ ਕਰਕੇ ਸਾਡੀ ਸਾਰੀ ਹੀ ਲੁਕਾਈ ਨੂੰ ਉਪਦੇਸ਼ ਦਿੰਦੇ ਆ, ਹੌਲੀ 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 ਉਹ ਉਪਦੇਸ਼ ਬਹੁਤ ਸਪੀਡ ਨਾਲ ਵੱਧ ਰਿਹਾ, ਬਹੁਤ ਜ਼ਿਆਦਾ ਸਪੀਡ। ਜਿਵੇਂ ਆਪਾਂ ਵਿਚਾਰ ਕਰ ਰਹੇ ਸੀ, ਸਾਰੀ ਦੁਨੀਆ ਨੂੰ ਫਿਲਾਸਫੀ ਪਤਾ ਲੱਗ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਇਸ ਦੁਨੀਆ ਦਾ ਮਨ ਹੌਲੀ ਹੌਲੀ ਬਦਲਣਾ, ਤੇ ਦੁਨੀਆ ਨੇ ਇਹ ਵਿਚਾਰ ਪਾਉਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਸਾਨੂੰ ਵੀ ਲੈਣੀ ਚਾਹੀਦੀ। ਦੇਖਣਾ ਚਾਹੀਦਾ ਗੁਰੂ ਸਾਹਿਬ ਕੀ ਕਹਿ ਰਹੇ ਨੇ। ਜਦੋਂ ਗੁਰੂ ਸਾਹਿਬ ਦੀ ਸਿੱਖਿਆ ਲੈਣੀ ਸ਼ੁਰੂ ਕਰਤੀ, ਫਿਰ ਪਿੱਛੇ ਤਾਂ ਮੁੜਿਆ ਨਹੀਂ ਅਜੇ ਤੱਕ, ਨਾ ਮੁੜਿਆ ਜਾ। ਫਿਰ ਉਹ ਸਾਰੇ ਉਹੀ ਬੁੱਧੀ ਦਾ ਪਲਟਾ ਹੋ ਜਾਣਾ, ਉਹੀ ਬੁੱਧ ਨੇ ਵਿਵੇਕ ਹੋ ਜਾਣਾ। ਜਿਹੜਾ ਕਿਸੇ ਦਾ ਮਾੜਾ ਸੋਚਦਾ ਸੀ, ਗਲਤ ਤਰੀਕੇ ਨਾਲ ਕੰਮ ਕਰਨੇ, ਪੈਸੇ ਕਮਾਉਣੇ ਸੋਚਦਾ ਸੀ, ਉਹਨੇ ਸਹੀ ਤਰੀਕੇ ਅਪਣਾਉਣੇ ਸ਼ੁਰੂ ਕਰ ਦੇਣੇ। ਇਹ ਹਿਸਾਬ ਨਿਆਂ ਵੀ ਝੂਠਾ ਹੋ ਰਿਹਾ ਕਲਯੁਗ ਵਿੱਚ, ਕਿਉਂਕਿ ਜਿਹੜਾ ਨਿਆਂ ਕਰ ਰਿਹਾ ਉਹ ਵੀ ਬੁੱਧੀ ਵਸ ਹੋ ਕੇ ਦੂਜੇ ਤੋਂ ਪੈਸੇ ਲੈ ਕੇ ਇੱਕ ਦਾ ਹੱਕ ਦੂਜੇ ਨੂੰ ਦੇ ਰਿਹਾ। ਸਾਰੇ ਹੀ ਜਗ੍ਹਾ ਆਪਾਂ ਸਾਰੇ ਹੀ ਜਾਣਦੇ ਹਾਂ ਕਿਸ ਤਰ੍ਹਾਂ ਦਾ ਆਪਣਾ ਬੋਲਬਾਲਾ ਸਾਰੇ ਸਿਸਟਮ ਦਾ, ਉਹ ਸਾਰਾ ਬੁੱਧੀ ਦੇ ਤਲ ਕਰਕੇ ਹੈ। ਜੇ ਮਾਨਸਿਕ ਤਲ ਦੀ ਗਿਆਨ ਥੋੜ੍ਹਾ ਜਿਹਾ ਵੀ ਹੋ ਜਾਵੇ, ਤਾਂ ਫਿਰ ਉੱਥੇ ਹੀ ਰੋਕ ਲੱਗ ਜਾਂਦੀ ਹੈ। ਬੜੇ ਹੁਣ ਵੀ ਅਫਸਰ ਬੜਾ ਹੈਗੇ ਆ ਜਿਹੜੇ ਕਿ ਬਹੁਤ ਹੀ ਮਾਨਸਿਕ ਤਲ ਤੇ ਜਿਹੜੇ ਆ ਗਿਆਨ ਹਾਸਲ ਆ ਜਿਹਨਾਂ ਨੂੰ, ਉਹ ਨਹੀਂ ਗਲਤ ਕੰਮ ਕਰਨਾ ਚਾਹੁੰਦੇ, ਨਾ ਹੀ ਉਹ ਕਰਦੇ। ਇਹ ਨਹੀਂ ਹੈਗੇ ਸਾਰੇ ਗਲਤ ਆ, ਬੜੇ ਸਹੀ ਵੀ ਨੇ। ਕਈ ਸਤੋਗੁਣੀ ਤੇ ਆ ਕੇ ਰੁਕੇ ਹੋਏ ਆ ਭਾਵੇਂ ਉਹ, ਪਰ ਸਤੋਗੁਣ ਤੇ ਆ ਕੇ ਵੀ ਉਹ ਕਿਸੇ ਦਾ ਗਲਤ ਨਹੀਂ ਹੈ। ਜਿਹੜੇ ਰਜੋ ਤਮੋ ਤੇ ਹੀ ਇਕੱਲੇ ਤੇ ਘੁੰਮ ਰਹੇ ਆ, ਜਿਹੜੇ ਤਮੋ ਤੇ ਘੁੰਮ ਰਹੇ ਉਹ ਬਹੁਤਾ ਹੀ ਨੁਕਸਾਨ ਹੈ। ਆਮ ਜ਼ਿਆਦਾ ਜਿਹੜੇ ਰਜੋ ਤਮੋ ਵਾਲਿਆਂ ਦੀ ਗਿਣਤੀ ਹੈ, ਸਤੋਗੁਣੀ ਘੱਟਦੇ, ਤੇ ਸਤੋਗੁਣ ਤੋਂ ਆਉਣ ਤੋਂ ਬਾਅਦ ਹੀ ਸਾਡਾ ਜਿਹੜਾ ਮਾਲਕ ਵਾਲੇ ਪਾਸੇ ਜਾਣ ਦਾ ਰਸਤਾ ਬਣਦਾ। ਤਾਂ ਸਾਨੂੰ ਸਾਰੇ ਹੀ ਮਾਣਾਂ ਨੂੰ ਮਾਲਕ ਸੋਝੀ ਦੇਣ, ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ। ਆਓ ਅਸੀਂ ਵੀ ਮਾਲਕ ਦੀ ਚਰਨਾਂ ਦੇ ਵਿੱਚ ਆਪਣਾ ਸਵਾਸਾਂ ਦਾ ਧਨ ਜਮ੍ਹਾਂ ਕਰਾਈਏ। ਅਸੀਂ ਵੀ ਜਿਹੜਾ ਮਨ ਦੇ ਲਈ ਗਿਆਨ ਲਈਏ, ਆਪਦੀ ਇਸ ਬੁੱਧੀ ਨੂੰ ਤਿਆਗ ਦੇਈਏ, ਇਸ ਬੁੱਧੀ ਨੂੰ ਮਾਲਕ ਦੇ ਚਰਨਾਂ 'ਚ ਰੱਖਦੇ ਹੋਏ
ਜਦੋਂ ਮਾਲਕ ਕੋਲ ਜਾਣਾ, ਅਸੀਂ ਬੁੱਧੀ ਨੂੰ ਪਿੱਛੇ ਰੱਖ ਕੇ ਖਾਲੀ ਹੋ ਕੇ ਜਾਣਾ ਤੇ ਮਾਲਕ ਸਾਡੇ ਕੁਛ ਪਾ ਸਕੇ। ਕਿਉਂਕਿ ਇਸ ਤੋਂ ਪਹਿਲਾਂ ਜਦੋਂ ਬੁੱਧੀ ਦੇ ਹੰਕਾਰ ਨਾਲ ਭਰੇ ਹੁੰਦੇ ਆ, ਪਹਿਲਾਂ ਭਰੇ ਹੋਏ ਭਾਂਡੇ 'ਚ ਨਹੀਂ ਪੈ ਸਕਦਾ, ਪਹਿਲਾਂ ਭਾਂਡਾ ਖਾਲੀ ਕਰਨਾ ਪੈਣਾ। ਜਦੋਂ ਅਸੀਂ ਬੁੱਧੀ ਨੂੰ ਸਰੈਂਡਰ ਕਰਤਾ, ਸਾਡਾ ਭਾਂਡਾ ਖਾਲੀ ਹੋ ਜਾਣਾ, ਮਾਲਕ ਨੇ ਸਾਡਾ ਭਾਂਡਾ ਫੇਰ ਵਿਵੇਕ ਵਧਣ ਦਾ, ਫਿਰ ਬੁੱਧੀ ਉਦੋਂ ਵੀ ਤੇਜ਼ ਹੋ ਜੂ, ਉਹ 'ਚ ਵਿਵੇਕ ਆਦਿ ਨਾਲ ਗਿਆਨ ਹੋ, ਆਪਦੇ ਬਾਰੇ ਵੀ ਗਿਆਨ ਹੈ ਜਿਹੜਾ ਮਨੁੱਖ ਨੂੰ ਨਹੀਂ ਹੈ, ਦੁਨੀਆ ਬਾਰੇ ਗਿਆਨ ਹੈ। ਫਿਰ ਉੱਥੇ ਆਪਦੇ ਬਾਰੇ ਵੀ ਗਿਆਨ ਹੈ ਕਿ ਮੈਂ ਕਿਵੇਂ ਆਇਆ, ਕਿਵੇਂ ਇੱਥੇ ਕਮਾਈ ਕਰਨੀ ਹੈ, ਕਿਹੜੀ ਕਿਹੜੀ ਕਮਾਈ ਕਰਨੀ ਹੈ, ਕਿਵੇਂ ਜਾਣ, ਅਸੀਂ ਇੱਥੇ ਆਪਦੀ ਨਾਮ ਜਪਣਾ, ਸਵਾਸਾਂ ਦਾ ਕੰਮ ਸਫਲਾ ਕਰਨਾ ਜਿਹੜਾ ਸਾਨੂੰ ਮਿਲਿਆ, ਤਾਂ ਕਿ ਸਾਡਾ ਜੀਵਨ ਆਉਣ ਜਾਣ ਦਾ ਵਾਰ-ਵਾਰ ਜਨਮ ਮਰਨ ਕੱਟਿਆ ਜਾਵੇ ਤੇ ਅਸੀਂ ਮਾਲਕ ਦੇ ਨਾਲ ਮਿਲਾਪ ਕਰੀਏ। ਮਾਲਕ ਦੇ ਮਿਲਾਪ ਦੇ ਲਈ ਗੁਰੂ ਸਾਹਿਬ ਨੇ ਸਾਨੂੰ ਜੋ ਵਿਧੀ ਦੱਸੀ ਹੈ ਤੇ ਸਾਹਮਣੇ ਨੇਤਰਾਂ ਦੀ ਗੰਢ ਪਾਉਣੀ, ਖੱਬੀ ਤੇ ਸੱਜੀ ਅੱਖ ਨੂੰ ਇੱਕ ਜਗ੍ਹਾ ਦੇ ਉੱਤੇ ਕੇਂਦਰਿਤ ਕਰਦੇ ਹੋਏ ਅਸੀਂ ਸਾਹਮਣੇ ਦੇਖਣਾ ਤੇ ਨਾਲ ਗੁਰਮੰਤਰ ਜੜ ਕਰਨਾ। ਵਾਹਿਗੁਰੂ ਵਾਹਿਗੁਰੂ, ਹੌਲੀ ਹੌਲੀ ਸਾਡੇ ਨੇਤਰ ਬੰਦ ਹੋ ਜਾਣੇ, ਅਸੀਂ ਇਸ ਤਰ੍ਹਾਂ ਗੁਰਮੰਤਰ ਜੜ ਕਰੋ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ